हेलो प्यारे बच्चों। ਅੱਜ ਅਸੀਂ ਟਾਈਪ ਆਫ ਇੰਟਰਨੈਟ ਕਨੈਕਟੀਵਿਟੀ ਕਰਾਂਗੇ। ਇੰਟਰਨੈਟ ਤੇ ਸੰਪਰਕ ਸਥਾਪਿਤ ਕਰਨ ਦੇ ਲਈ ਕਿਹੜੇ-ਕਿਹੜੇ ਤਰੀਕੇ ਸਾਨੂੰ ਅਵੇਲੇਬਲ ਨੇ ਜਿਹਦੀ ਹੈਲਪ ਦੇ ਨਾਲ ਅਸੀਂ ਇੰਟਰਨੈਟ ਜਿਹੜਾ ਹੈ ਵਰਤੋਂ ਵਿੱਚ ਲਿਆ ਸਕਦੇ ਹਾਂ। ਇਸ ਦੇ ਵਿੱਚ ਸਭ ਤੋਂ ਪਹਿਲੇ ਹੈ ਸਾਡੇ ਕੋਲ ਮੋਡਮ। ਇਹ ਮੋਡਮ ਤੁਸੀਂ ਆਪਣੇ ਘਰਾਂ ਦੇ ਵਿੱਚ ਆਂਢੀਆਂ ਗੁਆਂਢੀਆਂ ਦੇ ਘਰ ਕਈ ਇੰਸਟੀਟਿਊਸ਼ਨਸ ਦੇ ਵਿੱਚ ਲੱਗੇ ਹੋਏ ਦੇਖੇ ਹੋਣਗੇ। ਇਹ ਮੋਡਮ ਸਭ ਤੋਂ ਪੁਰਾਣਾ ਤੇ ਕਾਮਨ ਵੇ ਹੈਗਾ ਹੈ ਇੰਟਰਨੈਟ ਨਾਲ ਸੰਪਰਕ ਸਥਾਪਿਤ ਕਰਨ ਦਾ। ਮੋਡਮ ਜਾਂ ਇਹਨੂੰ ਡਾਇਲ ਅਪ ਕਨੈਕਸ਼ਨ ਵੀ ਕਿਹਾ ਜਾਂਦਾ ਹੈ। ਦਿਸ ਇਜ਼ ਦ ਮੋਸਟ ਕਾਮਨ ਮੈਥਡ ਆਫ ਗੈਟਿੰਗ ਇੰਟਰਨੈਟ ਕਨੈਕਟੀਵਿਟੀ। ਇੰਟਰਨੈਟ ਕਨੈਕਟੀਵਿਟੀ ਪ੍ਰਾਪਤ ਕਰਨ ਦਾ, ਸਥਾਪਿਤ ਕਰਨ ਦਾ ਇਹ ਸਭ ਤੋਂ ਕਾਮਨ, ਬਹੁਤ ਹੀ ਸਧਾਰਨ ਤਰੀਕਾ ਹੈ। ਡਾਇਲ ਅਪ ਮੋਡਮ ਰਨ ਓਵਰ ਨੋਰਮਲ ਟੈਲੀਫੋਨ ਲਾਈਨਸ। ਨੋਰਮਲ ਟੈਲੀਫੋਨ ਲਾਈਨਸ ਜਿਹੜੀਆਂ ਨੇ ਉਹਨਾਂ ਦੇ ਹੈਲਪ ਦੇ ਨਾਲ ਇਹ ਮੋਡਮ ਨੇ ਵਰਕ ਕਰਦੇ ਨੇ। ਵਨ ਕੈਨ ਗੈਟ ਐਨ ਇੰਟਰਨੈਟ ਕਨੈਕਸ਼ਨ this method by just connecting modular telephone cables to the back of the PC, set up an account with ISP and then log on। ਇਹਦੇ ਨਾਲ ਅਸੀਂ ਕੀ ਕਰਦੇ ਹਾਂ, ਇਸ ਮੈਥਡ ਦੇ ਨਾਲ ਅਸੀਂ ਕਨੈਕਟ ਕਰਦੇ ਹਾਂ ਮੋਡੂਲਰ ਟੈਲੀਫੋਨ ਲਾਈਨ ਕੇਬਲ ਨੂੰ PC ਦੇ ਨਾਲ। ਫਿਰ ਅਸੀਂ ISP ਦੇ ਉੱਤੇ ਜਾ ਕੇ ਆਪਣਾ ਅਕਾਊਂਟ ਸੈਟਅਪ ਕਰਦੇ ਹਾਂ। ISP ਕੀ ਹੈ? ਇੰਟਰਨੈਟ ਸਰਵਿਸ ਪ੍ਰੋਵਾਈਡਰ। ਦੈਨ ਅਸੀਂ ਲੌਗ ਔਨ ਕਰਦੇ ਹੈਗੇ। ਮੋਡਮ ਜਿਹੜਾ ਹੈ ਸਭ ਤੋਂ ਪੁਰਾਣਾ ਅਤੇ ਕਾਮਨ ਮੈਥਡ ਹੈਗਾ। ਪਹਿਲੇ ਜਿਹੜੇ ਸੀ ਟੈਲੀਫੋਨ ਲਾਈਨਸ ਦੇ ਨਾਲ ਇਹ ਕਨੈਕਟ ਹੁੰਦੇ ਨਹੀਂ ਸੀ। ਜਿਹੜੇ ਸਾਡੇ ਨੋਰਮਲ ਘਰਾਂ ਦੇ ਵਿੱਚ ਟੈਲੀਫੋਨ ਜਿਹੜੇ ਲੈਂਡਲਾਈਨ ਲੱਗੇ ਹੁੰਦੇ ਸੀ ਉਹਨਾਂ ਦੇ ਨਾਲ ਮੋਡਮ ਜਿਹੜੇ ਸੀ ਕਨੈਕਟ ਹੁੰਦੇ ਸੀ। ਇਹਨਾਂ ਦੇ ਕਨੈਕਸ਼ਨ ਜਿਹੜਾ ਹੈ ਉਹਦੇ ਵਾਸਤੇ ਮੋਡੂਲਰ ਟੈਲੀਫੋਨ ਕੇਬਲ ਯੂਜ਼ ਕੀਤੀ ਜਾਂਦੀ ਸੀ, ਜਿਹੜੇ ਕਿ ਅਸੀਂ PC ਨਾਲ ਕਨੈਕਟ ਕਰਦੇ ਸੀ ਅਤੇ ਉਹਦੇ ਨਾਲ ਅਸੀਂ ਆਪਣਾ ਅਕਾਊਂਟ ਓਪਰੇਟ ਕਰਕੇ, ਆਪਣਾ ਅਕਾਊਂਟ ਮੇਨਟੇਨ ਬਣਾ ਕੇ ਅਤੇ ਇੰਟਰਨੈਟ ਦੀ ਵਰਤੋਂ ਕਰ ਸਕਦੇ ਸੀ। ਇਸ ਨੂੰ ਅਸੀਂ ਹੁਣ ਪੰਜਾਬੀ ਦੇ ਵਿੱਚ ਕਰਾਂਗੇ। ਮੋਡਮ ਔਰ ਡਾਇਲ ਅਪ ਸੰਪਰਕ। ਇੰਟਰਨੈਟ ਸੰਪਰਕ ਪ੍ਰਾਪਤ ਕਰਨ ਲਈ ਇੱਕ ਸਭ ਤੋਂ ਸਧਾਰਨ ਵਿਧੀ ਹੈ ਡਾਇਲ ਅਪ ਮੋਡਮ। ਸਧਾਰਨ ਟੈਲੀਫੋਨ ਲਾਈਨਾਂ ਰਾਹੀਂ ਕਾਰਜ ਕਰਦੇ ਹਨ। ਇਹ ਸਿੰਪਲ ਟੈਲੀਫੋਨ ਲਾਈਨਸ ਦੇ ਨਾਲ ਕਨੈਕਟ ਹੁੰਦੇ ਨੇ। ਇਸ ਲਈ ਇਸ ਵਿਧੀ ਦੁਆਰਾ ਇੰਟਰਨੈਟ ਸੰਪਰਕ ਪ੍ਰਾਪਤ ਕਰਨ ਲਈ PC ਦੇ ਪਿਛਲੇ ਪਾਸੇ ਇੱਕ ਮੋਡੂਲਰ ਟੈਲੀਫੋਨ ਕੇਬਲ ਜੋੜੀ ਜਾਂਦੀ ਹੈ। ਮੋਡੂਲਰ ਟੈਲੀਫੋਨ ਕੇਬਲ ਨੂੰ ਅਸੀਂ PC ਦੇ ਪਿੱਛੇ ਜੋੜ ਦਿੰਦੇ ਹਾਂ। ਫਿਰ ਅਸੀਂ ਕੀ ਕਰਦੇ ਹਾਂ, ISP ਕੋਲ ਇੱਕ ਖਾਤਾ ਖੋਲ੍ਹਿਆ ਜਾਂਦਾ ਹੈ। ISP ਕੀ ਹੈ? ਇੰਟਰਨੈਟ ਸਰਵਿਸ ਪ੍ਰੋਵਾਈਡਰ। 'ਤੇ ਅਸੀਂ ਖਾਤਾ ਖੋਲ੍ਹਦੇ ਹਾਂ, ਫਿਰ ਅਸੀਂ ਲੌਗ ਔਨ ਕੀਤਾ ਜਾਂਦਾ ਹੈ। ਆਮ ਤੌਰ 'ਤੇ ਘਰਾਂ ਵਿੱਚ ਲੋਕ ਇੰਟਰਨੈਟ ਸੰਪਰਕ ਦੀ ਇਸ ਵਿਧੀ ਦਾ ਪ੍ਰਯੋਗ ਕਰਦੇ ਹਨ। ਮੋਸਟਲੀ ਕਾਮਨ ਜਿਹੜਾ ਹੈਗਾ ਵੇ ਆਫ ਇੰਟਰਨੈਟ ਇਹੀ ਹੈ, ਵਿਦ ਦਾ ਹੈਲਪ ਆਫ ਮੋਡਮ ਔਰ ਡਾਇਲ ਅਪ ਸੰਪਰਕ। ਨੈਕਸਟ ਸਾਡੇ ਕੋਲ ਨੇ ਬਰੋਡਬੈਂਡ ਕੇਬਲਸ। ਇਹ ਕੇਬਲਸ ਤੁਸੀਂ ਦੇਖੀਆਂ ਹੋਣਗੀਆਂ। ਹੁਣ ਇਸ ਸਮੇਂ ਦੇ ਵਿੱਚ ਮੋਸਟਲੀ ਕਾਮਨ ਯੂਜ਼ ਹੈਗੀਆਂ ਨੇ, ਕਾਮਨਲੀ ਯੂਜ਼ ਕੀਤੀਆਂ ਜਾਂਦੀਆਂ। ਇਹਨਾਂ ਨੂੰ ਅਸੀਂ ਬਰੋਡਬੈਂਡ ਕੇਬਲਸ ਕਹਿੰਦੇ ਹਾਂ। ਬਰੋਡਬੈਂਡ ਕੇਬਲ ਮੋਡਮ ਕਨੈਕਟ ਅਸ ਦਾ ਇੰਟਰਨੈਟ ਯੂਜ਼ਿੰਗ ਆਰ ਕੇਬਲ TV ਲਾਈਨਸ। ਇਹ ਸਾਡੀਆਂ ਕੇਬਲ TV ਲਾਈਨਸ ਨੂੰ ਯੂਜ਼ ਕਰਕੇ ਜਿਹੜਾ ਹੈ ਸਾਡਾ ਇੰਟਰਨੈਟ ਨਾਲ ਸੰਪਰਕ ਸਥਾਪਿਤ ਕਰਵਾਉਂਦੀਆਂ ਹਨ। ਬਾਈ ਸਬਸਕ੍ਰਾਈਬਿੰਗ ਟੂ ਦਿਸ ਕਾਈਂਡ ਆਫ ਕਨੈਕਟੀਵਿਟੀ ਵਨ ਕੈਨ ਵਾਚ TV ਐਂਡ ਸਰਫ ਦਾ ਇੰਟਰਨੈਟ ਐਟ ਦ ਸੇਮ ਟਾਈਮ। ਅਸੀਂ ਜੇ ਬਰੋਡਬੈਂਡ ਕੇਬਲਸ ਯੂਜ਼ ਕਰਦੇ ਹਾਂ ਅਤੇ ਅਸੀਂ ਇੱਕੋ ਹੀ ਸਮੇਂ ਦੇ ਉੱਤੇ TV ਵੀ ਦੇਖ ਸਕਦੇ ਹਾਂ ਅਤੇ ਨਾਲ ਦੀ ਨਾਲ ਅਸੀਂ ਇੰਟਰਨੈਟ ਨੂੰ ਦੀ ਵੀ ਵਰਤੋਂ ਵੀ ਕਰ ਸਕਦੇ ਹਾਂ ਵਿਦ ਦਾ ਹੈਲਪ ਆਫ ਬਰੋਡਬੈਂਡ ਕੇਬਲਸ। ਪੰਜਾਬੀ ਦੇ ਵਿੱਚ ਬਰੋਡਬੈਂਡ ਕੇਬਲ ਸਾਨੂੰ ਕੇਬਲ TV ਲਾਈਨ ਨਾਲ ਪ੍ਰਯੋਗ ਕਰਕੇ ਇੰਟਰਨੈਟ ਨਾਲ ਜੋੜਦੇ ਹਨ। ਕੇਬਲ TV ਲਾਈਨਸ ਨਾਲ ਪ੍ਰਯੋਗ ਕਰਦੇ ਹਨ। ਸੰਪਰਕ ਦੀ ਇਸ ਕਿਸਮ ਦਾ ਪ੍ਰਯੋਗ ਕਰਕੇ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ TV ਦੇਖ ਸਕਦਾ ਹੈ ਅਤੇ ਇੰਟਰਨੈਟ ਉੱਤੇ ਕਾਰਜ ਵੀ ਕਰ ਸਕਦਾ ਹੈ। ਇੱਕੋ ਹੀ ਸਮੇਂ 'ਤੇ ਅਸੀਂ ਬਰੋਡਬੈਂਡ ਕੇਬਲ ਦੀ ਮਦਦ ਦੇ ਨਾਲ TV ਵੀ ਦੇਖ ਸਕਦੇ ਹਾਂ ਅਤੇ ਨਾਲ ਦੀ ਨਾਲ ਇੰਟਰਨੈਟ 'ਤੇ ਅਸੀਂ ਆਪਣਾ ਕੋਈ ਕੰਮ ਹੈ ਉਹ ਵੀ ਕਰ ਸਕਦੇ ਹਾਂ। ਇਸ ਲਈ ਸਾਨੂੰ ਸਿਰਫ ਆਪਣੇ ਕੰਪਿਊਟਰ ਵਿੱਚ ਅਥਰਨੈਟ ਪੋਰਟ ਜਾਂ ਅਡੈਪਟਰ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ? ਅਥਰਨੈਟ ਪੋਰਟ ਜਿੱਥੇ ਸਾਡੀ ਹੈ ਜਿਹੜੀ ਬਰੋਡਬੈਂਡ ਦੀ ਕੇਬਲ ਹੈ ਉਹ ਆਸਾਨੀ ਨਾਲ ਲਗਾਈ ਜਾ ਸਕੇ, ਕਿਉਂਕਿ ਇਹਦਾ ਸਵਿਚ ਡਿਫਰੈਂਟ ਹੈ ਇਹਦੇ ਅੱਗਿਓਂ। ਇਸ ਲਈ ਇਹਦੇ ਵਾਸਤੇ ਅਥਰਨੈਟ ਪੋਰਟ ਜਿਹੜਾ ਹੈ ਯੂਜ਼ ਕੀਤਾ ਜਾਂਦਾ ਹੈ। ਅਥਰਨੈਟ ਇਹ ਕੇਬਲ ਨੂੰ ਕਿਹਾ ਜਾਂਦਾ ਅਤੇ ਪੋਰਟ ਜਿੱਥੇ ਇਹ ਅਟੈਚ ਕੀਤੀ ਜਾਂਦੀ ਹੈ, ਜਾਂ ਫਿਰ ਅਡੈਪਟਰ।
ਅਡੈਪਟਰ ਜਿਹੜੇ ਅਸੀਂ ਆਪਣੇ ਮੋਬਾਈਲ ਫੋਨ ਚਾਰਜ ਕਰਨ ਵਾਸਤੇ ਅਡੈਪਟਰ ਤੇ ਨਾਲ ਉਹਦੇ ਕਨੈਕਟ ਕੀਤੇ ਜਾਂਦੇ ਨੇ, ਅਡੈਪਟਰ ਜਾਂ ਫਿਰ ਅਸੀਂ ਈਥਰਨੈਟ ਪੋਰਟ ਦੀ ਵਰਤੋਂ ਕਰਦੇ ਹਾਂ, ਜੋ ਕਿ ਅੱਜ ਕੱਲ੍ਹ ਜ਼ਿਆਦਾਤਰ ਕੰਪਿਊਟਰਾਂ ਵਿੱਚ ਪਹਿਲੇ ਹੀ ਮੌਜੂਦ ਹੁੰਦੇ ਹਨ। ਜਿਹੜੇ ਹੁਣ ਲੇਟੈਸਟ ਟੈਕਨੋਲੋਜੀ ਵਾਲੇ ਕੰਪਿਊਟਰਸ ਆਏ ਨੇ ਉਹਨਾਂ 'ਚ ਈਥਰਨੈਟ ਪੋਰਟ ਜਿਹੜੇ ਹੈ ਪਹਿਲੇ ਹੀ ਮੌਜੂਦ ਹੁੰਦੇ ਆ, ਸਾਨੂੰ ਅਲੱਗ ਤੋਂ ਕੋਈ ਵੀ ਚੀਜ਼ ਅਟੈਚ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਸੋ ਬਰੋਡਬੈਂਡ ਕੇਬਲ ਸਭ ਤੋਂ ਫਾਸਟੈਸਟ ਮੋਡਮ ਤੋਂ ਜ਼ਿਆਦਾ ਫਾਸਟ ਹੈ। ਅਸੀਂ ਇਹਦੇ ਵਿੱਚ ਇੱਕੋ ਹੀ ਸਮੇਂ 'ਤੇ TV ਵੀ ਦੇਖ ਸਕਦੇ ਹਾਂ ਅਤੇ ਨਾਲ ਦੀ ਨਾਲ ਅਸੀਂ ਆਪਣਾ ਕੋਈ ਇੰਟਰਨੈਟ 'ਤੇ ਕੰਮ ਵੀ ਕਰ ਸਕਦੇ ਹਾਂ। ਨੈਕਸਟ ਸਾਡੇ ਕੋਲ ਆਉਂਦਾ ਹੈ DSL ਮੋਡਮ। DSL ਹੈ ਡਿਜੀਟਲ ਸਬਸਕ੍ਰਾਈਬਰ ਲਾਈਨ। ਡਿਜੀਟਲ ਸਬਸਕ੍ਰਾਈਬਰ ਲਾਈਨ ਇਹ ਡਾਇਲ ਅਪ ਕਨੈਕਸ਼ਨ ਜਾਂ ਮੋਡਮ ਤੋਂ ਵੀ ਫਾਸਟੈਸਟ ਵੇ ਹੈਗਾ ਹੈ ਇੰਟਰਨੈਟ ਨੂੰ ਅਸੈਸ ਕਰਨ ਦਾ। ਇਸ ਦੇ ਵਿੱਚ ਕੀ ਹੁੰਦਾ ਹੈ, DSL digital subscriber line depending on the location, ISP provides the DSL for internet at different speed and distance। ISP ਜਿਹੜਾ ਇੰਟਰਨੈਟ ਸਰਵਿਸ ਪ੍ਰੋਵਾਈਡਰ ਹੈ ਸਾਨੂੰ DSL ਪ੍ਰੋਵਾਈਡ ਕਰਦਾ ਹੈ, ਡਿਜੀਟਲ ਸਬਸਕ੍ਰਾਈਬਰ ਲਾਈਨ ਪ੍ਰੋਵਾਈਡ ਕਰਦਾ ਹੈ, ਜਿਹਦੇ ਨਾਲ ਸਾਡੀ ਕਿਸੇ ਡਿਫਰੈਂਟ ਸਪੀਡ ਅਤੇ ਡਿਸਟੈਂਸ 'ਤੇ ਅਲੱਗ ਬਹੁਤ ਜ਼ਿਆਦਾ ਸਪੀਡ ਹੁੰਦੀ ਹੈ, ਡਿਫਰੈਂਟ ਸਪੀਡਸ 'ਤੇ ਸਾਨੂੰ ਪ੍ਰੋਵਾਈਡ ਕਰਦਾ ਹੈ ਅਤੇ ਡਿਸਟੈਂਸ ਮੈਟਰ ਨਹੀਂ ਕਰਦਾ, ਕਿਸੇ ਵੀ ਜਗ੍ਹਾ 'ਤੇ ਸਾਨੂੰ ਪ੍ਰੋਵਾਈਡ ਕਰਦਾ ਹੈ। DSL can increase our connection speed by as much as 10-fold from the standard dial-up modem। 10 ਗੁਣਾ ਜਿਹੜੀ ਸਾਡੀ ਸਪੀਡ ਹੈ ਮੋਡਮ ਤੋਂ, ਜਿਹੜਾ ਡਾਇਲ ਅਪ ਮੋਡਮ ਹੈ ਉਸ ਤੋਂ ਜ਼ਿਆਦਾ ਇਨਕਰੀਜ਼ ਕਰ ਦਿੰਦਾ ਹੈ। ਇਟ ਇਜ਼ ਕੋਸਟਲੀਅਰ ਦੈਨ ਡਾਇਲ ਅਪ ਕਨੈਕਟੀਵਿਟੀ। ਇਹ ਕੋਸਟਲੀ ਹੈ, ਮਹਿੰਗਾ ਹੈ ਡਾਇਲ ਅਪ ਕਨੈਕਟੀਵਿਟੀ ਤੋਂ। ਟੈਲੀਫੋਨ ਇੰਟਰਨੈਟ ਕੈਨ ਬੀ ਯੂਜ਼ ਸਾਈਮਲਟੇਨੀਅਸਲੀ ਇਨ ਦਿਸ ਟਾਈਪ ਆਫ ਕਨੈਕਸ਼ਨ। ਅਸੀਂ ਇਸ ਤਰ੍ਹਾਂ ਦੇ ਕਨੈਕਸ਼ਨ ਦੇ ਵਿੱਚ ਟੈਲੀਫੋਨ ਅਤੇ ਇੰਟਰਨੈਟ ਸਾਈਮਲਟੇਨੀਅਸਲੀ ਇੱਕੋ ਮਤਲਬ ਕਿ ਦੋਨੋਂ ਇਕੱਠੇ ਜਿਹੜੇ ਹੈ ਯੂਜ਼ ਕਰ ਸਕਦੇ ਹਾਂ ਇਨ ਦਿਸ ਟਾਈਪ ਆਫ ਕਨੈਕਸ਼ਨ ਡਿਜੀਟਲ ਸਬਸਕ੍ਰਾਈਬਰ ਲਾਈਨ। ਨੈਕਸਟ ਸਾਡਾ ਆਉਂਦਾ ਹੈ, ਨੈਕਸਟ ਅਸੀਂ ਇਸਨੂੰ ਪੰਜਾਬੀ 'ਚ ਕਰਾਂਗੇ ਡਿਜੀਟਲ ਸਬਸਕ੍ਰਾਈਬਰ ਲਾਈਨ DSL। ਸਥਿਤੀ ਦੇ ਆਧਾਰ 'ਤੇ ISP ਇੰਟਰਨੈਟ ਸਰਵਿਸ ਪ੍ਰੋਵਾਈਡਰ ਇੰਟਰਨੈਟ ਲਈ ਵੱਖ-ਵੱਖ ਥਾਵਾਂ 'ਤੇ ਭਿੰਨ ਗਤੀ ਵਾਲਾ DSL ਸੰਪਰਕ ਵੀ ਪ੍ਰਦਾਨ ਕਰਦੇ ਹਨ। ਠੀਕ ਹੈ, ISP ਮੇਨ ਇੰਟਰਨੈਟ ਸਰਵਿਸ ਪ੍ਰੋਵਾਈਡਰ ਹੈ ਜਿਹੜਾ ਸਾਨੂੰ ਸਰਵਿਸ ਪ੍ਰੋਵਾਈਡ ਕਰਦਾ ਹੈ। ਉਹ ਕਿਹੜੀ ਸਰਵਿਸ ਪ੍ਰੋਵਾਈਡ ਕਰਦਾ ਹੈ, DSL ਡਿਜੀਟਲ ਸਬਸਕ੍ਰਾਈਬਰ ਲਾਈਨ। ਕਹਿੰਦਾ ਅਲੱਗ-ਅਲੱਗ ਜਗ੍ਹਾ 'ਤੇ ਅਲੱਗ-ਅਲੱਗ ਗਤੀ ਵਾਲੇ ਸਾਨੂੰ DSL ਜਿਹੜੇ ਹੈ ਪ੍ਰੋਵਾਈਡ ਕਰਦਾ ਹੈ। DSL ਇੰਟਰਨੈਟ ਸੰਪਰਕ ਦੀ ਗਤੀ ਨੂੰ ਸਟੈਂਡਰਡ ਡਾਇਲ ਅਪ ਮੋਡਮ ਦੀ ਗਤੀ ਤੋਂ 10 ਗੁਣਾ ਤੱਕ ਵਧਾ ਸਕਦੀ ਹੈ। DSL ਦੀ ਮਦਦ ਦੇ ਨਾਲ ਜਿਹੜੀ ਹੈ ਸਾਡੀ ਸਪੀਡ ਕਿੰਨੀ ਹੋ ਜਾਂਦੀ ਹੈ, 10 ਗੁਣਾ। ਕਿਹਦੇ ਤੋਂ, ਜਿਹੜਾ ਮੋਡਮ ਜਾਂ ਡਾਇਲ ਅਪ ਕਨੈਕਸ਼ਨ ਉਸ ਤੋਂ 10 ਗੁਣਾ ਜਿਹੜੀ ਸਪੀਡ ਨੂੰ ਸਾਡੀ ਵਧਾ ਦਿੰਦੀ ਹੈ। ਇਹ ਡਾਇਲ ਅਪ ਸੰਪਰਕ ਦੀ ਤੁਲਨਾ ਵਿੱਚ ਜ਼ਿਆਦਾ ਮਹਿੰਗੀ ਹੁੰਦੀ ਹੈ। ਡਾਇਲ ਅਪ ਜਿਹੜਾ ਹੈ ਸਸਤਾ ਹੈ ਅਤੇ DSL ਮਹਿੰਗਾ ਹੈ, ਇਹ ਮਹਿੰਗੀ ਹੁੰਦੀ ਹੈ। ਇਸ ਕਿਸਮ ਦੇ ਸੰਪਰਕ ਵਿੱਚ ਟੈਲੀਫੋਨ ਅਤੇ ਇੰਟਰਨੈਟ ਦੋਹਾਂ ਨੂੰ ਨਾਲ ਪ੍ਰਯੋਗ ਕੀਤਾ ਜਾ ਸਕਦਾ ਹੈ। ਟੈਲੀਫੋਨ ਵੀ ਯੂਜ਼ ਕਰ ਸਕਦੇ ਹਾਂ ਅਤੇ ਇੰਟਰਨੈਟ ਵੀ ਜਿਹੜਾ ਹੈ ਪ੍ਰਯੋਗ ਕਰ ਸਕਦੇ ਹਾਂ। ਦੋਨਾਂ ਨੂੰ ਇਕੱਠੇ ਹੀ ਅਸੀਂ ਯੂਜ਼ ਕਰ ਸਕਦੇ ਹਾਂ। ਨੈਕਸਟ ਸਾਡੇ ਕੋਲ ਹੈ ਸੈਟੇਲਾਈਟ ਬਰੋਡਬੈਂਡ। ਸੈਟੇਲਾਈਟ ਬਰੋਡਬੈਂਡ ਜਿਵੇਂ ਕਿ ਤੁਸੀਂ ਪਿਕਚਰ 'ਚ ਦੇਖ ਰਹੇ ਹੋ, ਸੈਟੇਲਾਈਟ ਬਰੋਡਬੈਂਡ ਇਹ ਸਾਨੂੰ 2 ਵੇ ਔਰ 1 ਵੇ ਸਰਵਿਸ ਪ੍ਰੋਵਾਈਡ ਕਰਦਾ ਹੈ। ਫਸਟ ਇਜ਼ satellite broadband using VSAT virtual satellite operator terminal। 2-way satellite broadband and 1-way satellite services available। 2-way service और 1-way service ਦੋਨੋਂ ਤਰ੍ਹਾਂ ਦੀ ਸਰਵਿਸ ਸਾਨੂੰ ਪ੍ਰੋਵਾਈਡ ਕਰਦਾ ਹੈ। 2-way service 'ਚ ਕੀ ਹੁੰਦਾ ਹੈ, 2-way service transmit high speed data। 2-way service ਦੇ ਵਿੱਚ ਹਾਈ ਸਪੀਡ ਡਾਟਾ ਜਿਹੜਾ ਹੈ ਟਰਾਂਸਮਿਟ ਹੁੰਦਾ ਹੈ with the help of dish antenna ਐਟ ਦ ਰੂਫ ਆਫ ਆਰ ਹਾਊਸ। ਜਿਹੜਾ ਸਾਡੇ ਘਰ ਦੇ ਛੱਤ 'ਤੇ ਡਿਸ਼ ਐਂਟੀਨਾ ਲੱਗਿਆ ਹੋਏਗਾ, ਸੈਟੇਲਾਈਟ ਤੋਂ ਪਹਿਲੇ ਡਿਸ਼ ਐਂਟੀਨਾ 'ਚ ਟਰਾਂਸਮਿਟ ਹੋਏਗੀ ਇਨਫੋਰਮੇਸ਼ਨ, ਦੈਨ ਸਾਡੇ ਕੰਪਿਊਟਰ 'ਤੇ ਟਰਾਂਸਮਿਟ ਹੋਏਗੀ। ਠੀਕ ਹੈ, ਕਹਿੰਦਾ ਸਪੀਡ ਜ਼ਿਆਦਾ ਹੁੰਦੀ ਹੈ। ਠੀਕ ਹੈ, ਟਰਾਂਸਮਿਟ ਡਾਟਾ ਕਰਨ ਦੀ। ਵਿਦ 1-ਵੇ ਸੈਟੇਲਾਈਟ ਵੀ ਨੀਡ ਅ ਕਨਵੈਂਸ਼ਨਲ ਮੋਡਮ। 1-ਵੇ 'ਚ ਸਾਨੂੰ ਮੋਡਮ ਦੀ ਜ਼ਰੂਰਤ ਪੈਂਦੀ ਹੈ। ਟੈਲੀਫੋਨ ਲਿੰਕ ਟੂ ਐਨ ISP ਫॉर ਅਪਲੋਡਸ। ਅਤੇ ਟੈਲੀਫੋਨ ਜਿਹੜਾ ਕਿ ਲਿੰਕ ਹੋਵੇ ਸਾਡੇ ISP ਦੇ ਨਾਲ। The 2-way satellite system allow download upload both through our satellite dish। 2-way satellite 'ਚ ਅਸੀਂ ਡਾਊਨਲੋਡ ਅਪਲੋਡ ਕਰ ਸਕਦੇ ਹਾਂ। It is expensive, ਮਹਿੰਗਾ ਹੈ, but
most suitable for the people who are beyond the service area of cable and DSL providers। ਪਰ ਉੱਥੇ ਜ਼ਿਆਦਾ ਯੂਜ਼ਫੁਲ ਹੈ ਜਿੱਥੇ ਕਿ ਸਾਡੇ ਕੋਲ ਨਾ ਹੀ ਕੇਬਲ ਸਰਵਿਸ ਹੈ ਨਾ ਹੀ DSL ਸਰਵਿਸ ਹੈਗੀ ਹੈ। ਉੱਥੇ ਸਭ ਤੋਂ ਬੈਸਟ ਆਪਸ਼ਨ ਉਹਨਾਂ ਵਾਸਤੇ ਕਿਹੜੀ ਹੈ? ਸੈਟੇਲਾਈਟ ਬਰੋਡਬੈਂਡ। ਕਿ ਸੈਟੇਲਾਈਟ ਦੇ ਥਰੂ ਜਿਹੜਾ ਹੈ ਕਨੈਕਸ਼ਨ ਜਿਹੜਾ ਅਸੀਂ ਸਥਾਪਿਤ ਕਰਕੇ ਇਨਫੋਰਮੇਸ਼ਨ ਜਿਹੜੀ ਹੈ ਟਰਾਂਸਮਿਟ ਕਰ ਸਕਦੇ ਹਾਂ ਜਾਂ ਇਨਫੋਰਮੇਸ਼ਨ ਨੂੰ ਪਹੁੰਚਾਇਆ ਜਾ ਸਕਦਾ ਹੈ। ਠੀਕ ਹੈ, ਇਹ ਹੋ ਗਿਆ ਸਾਡਾ ਸੈਟੇਲਾਈਟ ਬਰੋਡਬੈਂਡ। ਹੁਣ ਪੰਜਾਬੀ 'ਚ ਕੀ ਹੈ? ਸੈਟੇਲਾਈਟ ਬਰੋਡਬੈਂਡ ਜਾਂ ਵਰਚੁਅਲ ਸੈਟੇਲਾਈਟ ਅਪਰਟਲ ਟਰਮੀਨਲ ਦਾ ਪ੍ਰਯੋਗ ਕਰਦੇ ਸਮੇਂ ਦੋ ਤਰਫਾ ਸੈਟੇਲਾਈਟ ਬਰੋਡਬੈਂਡ ਅਤੇ ਇੱਕ ਤਰਫਾ ਸੈਟੇਲਾਈਟ ਬਰੋਡਬੈਂਡ ਸੇਵਾ ਉਪਲਬਧ ਹੁੰਦੀ ਹੈ। ਇੱਕ ਤਰਫਾ ਅਤੇ ਦੋ ਤਰਫਾ ਜਿਹੜੀ ਸੇਵਾ ਹੈ ਉੱਚ ਗਤੀ ਨਾਲ ਅੰਕੜਿਆਂ ਨੂੰ ਸੈਟੇਲਾਈਟ ਦੁਆਰਾ ਘਰ ਦੀ ਛੱਤ ਉੱਤੇ ਲੱਗੇ ਹੋਏ ਡਿਸ਼ ਐਂਟੀਨਾ ਵੱਲ ਹਸਤਾਂਤਰਿਤ ਕਰਦੀ ਹੈ। ਦੋ ਤਰਫਾ ਵਿੱਚ ਕੀ ਹੈ? ਇਹ ਇਨਫੋਰਮੇਸ਼ਨ ਨੂੰ ਸੈਟੇਲਾਈਟ ਦੇ ਥਰੂ ਸਾਡੇ ਡਿਸ਼ ਐਂਟੀਨਾ ਜਿਹੜਾ ਸਾਡੇ ਘਰ ਦੀ ਛੱਤ 'ਤੇ ਲੱਗਿਆ ਉੱਥੇ ਦਿੰਦੀ ਹੈ, ਫਿਰ ਸਾਡੇ ਕੰਪਿਊਟਰ ਵਿੱਚ ਟਰਾਂਸਮਿਟ ਕਰਦੀ ਹੈ। ਇੱਕ ਤਰਫਾ ਸੈਟੇਲਾਈਟ ਸੇਵਾ ਦੇ ਅੰਤਰਗਤ ISP ਨਾਲ ਸੰਪਰਕ ਸਥਾਪਿਤ ਕਰਨ ਲਈ ਪਰੰਪਰਾਗਤ ਮੋਡਮ ਅਤੇ ਜਿਹੜੀ ਇੱਕ ਤਰਫਾ ਹੈ ਉਹਦੇ ਵਿੱਚ ਅਸੀਂ ISP ਦੇ ਨਾਲ ਸੰਪਰਕ ਸਥਾਪਿਤ ਕਰਨ ਵਾਸਤੇ ਪਰੰਪਰਾਗਤ ਮੋਡਮ ਦੀ ਵਰਤੋਂ ਕਰਦੇ ਹਾਂ। ਮੋਡਮ ਅਤੇ ਟੈਲੀਫੋਨ ਲਿੰਕ ਦੀ ਜ਼ਰੂਰਤ ਹੁੰਦੀ ਹੈ, ਇਹ 'ਚ ਟੈਲੀਫੋਨ ਲਿੰਕ ਵੀ ਹੋਣਾ ਚਾਹੀਦਾ ਹੈ। ਦੋ ਤਰਫਾ ਸੈਟੇਲਾਈਟ ਸਿਸਟਮ ਸਾਨੂੰ ਸੈਟੇਲਾਈਟ ਡਿਸ਼ ਦੁਆਰਾ ਡਾਊਨਲੋਡ ਅਪਲੋਡ ਦੋਵਾਂ ਤਰ੍ਹਾਂ ਦੀ ਸੇਵਾ ਪ੍ਰਦਾਨ ਕਰਦੀ। ਦੋ ਤਰਫਾ ਵਿੱਚ ਡਾਊਨਲੋਡ ਅਪਲੋਡ ਮਤਲਬ ਕਿ ਸੇਵਾਵਾਂ ਜਿਹੜੀਆਂ ਨੇ ਉਹ ਲੈ ਸਕਦੇ ਹਾਂ ਅਤੇ ਸਪੀਡ ਵੀ ਜ਼ਿਆਦਾ ਹੁੰਦੀ ਹੈ, ਪਰ ਇਹ ਮਹਿੰਗਾ ਹੈ, ਇਹ ਮਹਿੰਗੀ ਹੁੰਦੀ ਹੈ। ਪਰੰਤੂ ਇਹ ਉਹਨਾਂ ਲੋਕਾਂ ਲਈ ਵਧੇਰੇ ਉਪਯੁਕਤ ਹੈ ਜੋ ਕੇਬਲ ਅਤੇ DSL ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਖੇਤਰ ਤੋਂ ਦੂਰ ਹਨ। ਜਿੱਥੇ ਕੇਬਲ ਅਤੇ DSL ਸਰਵਿਸ ਪ੍ਰੋਵਾਈਡ ਨਹੀਂ ਹੁੰਦੀ ਜਾਂ ਨਹੀਂ ਅਵੇਲੇਬਲ, ਉੱਥੇ ਸਭ ਤੋਂ ਬੈਸਟ ਆਪਸ਼ਨ ਉਹਨਾਂ ਵਾਸਤੇ ਸੈਟੇਲਾਈਟ ਬਰੋਡਬੈਂਡ ਨੇ। ਸਪੀਡ ਵੀ ਜ਼ਿਆਦਾ ਹੁੰਦੀ ਹੈ, ਠੀਕ ਹੈ, ਅਤੇ ਈਜ਼ੀਲੀ ਇਹ 'ਚ ਡਾਊਨਲੋਡ ਅਪਲੋਡ ਅਸੀਂ ਕਰ ਸਕਦੇ ਹਾਂ। ਠੀਕ ਹੈ, ਸੋ ਇਹ ਸੀ ਸਾਡਾ ਸੈਟੇਲਾਈਟ ਬਰੋਡਬੈਂਡ। ਅੱਜ ਅਸੀਂ ਟਾਈਪਸ ਆਫ ਇੰਟਰਨੈਟ ਕਨੈਕਟੀਵਿਟੀ ਕੀਤੀ, ਜਿਸ ਸਭ ਤੋਂ ਪਹਿਲੇ ਅਸੀਂ ਮੋਡਮ ਕੀਤਾ, ਫਿਰ ਅਸੀਂ ਬਰੋਡਬੈਂਡ ਕੇਬਲ, ਫਿਰ ਅਸੀਂ ਡਿਜੀਟਲ ਸਬਸਕ੍ਰਾਈਬਰ ਲਾਈਨ ਐਂਡ ਲਾਸਟਲੀ ਅਸੀਂ ਸੈਟੇਲਾਈਟ ਬਰੋਡਬੈਂਡ ਕੀਤਾ। ਅਤੇ ਮੈਂ ਆਸ਼ਾ ਕਰਦੀ ਹਾਂ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।